इस तरह है जो GST आया है जी GST साडा पहला मुद्दा सी GST बहुत वधिया चीज़ हैगी है क्योंकि पहला असीं एक्साइज कल तरह धक्का हो रहा सी डीमगेट की गल कर रहे थे जी ਹੁਣ ਕੀ ਹੈ GST ਆਉਣ ਤੋਂ ਬਾਅਦ ਅਸੀਂ ਕਿਹਾ ਸੁੱਖ ਦਾ ਸਾਹ ਲਿੱਤਾ ਸੀ ਪਰ ਉਹ GST ਜਿਹੜਾ ਸਾਡੇ ਲਈ ਨਸੂਰ ਬਣ ਗਿਆ ਕਿਉਂਕਿ ਇਸ ਵੇਲੇ GST ਜਿਹੜੀ ਸਕ੍ਰੈਪ ਆ ਰਹੀ ਹੈ ਉਹ ਤੇ 18% GST ਹੈ ਪਹਿਲਾਂ 3% ਜਾਂ 4% ਵੈਟ ਹੁੰਦਾ ਸੀ ਹੁਣ 18% ਦੀ ਚੋਰੀ ਬਹੁਤ ਸੌਖੀ ਹੈ ਦਿੱਲੀੋਂ ਸਕ੍ਰੈਪ ਆਉਂਦੀ ਹੈ ਜੈਪੁਰ ਤੋਂ ਆਉਂਦੀ ਹੈ ਰਾਜਸਥਾਨ ਤੋਂ ਆਉਂਦੀ ਹੈ ਜਿੰਨੀ ਸਕ੍ਰੈਪ ਆਉਂਦੀ ਹੈ ਉਹ ਸਾਰੀ ਬਿਲਿੰਗ ਆਉਂਦੀ ਹੈ ਈ ਬਿਲ ਕੱਟਿਆ ਹੁੰਦਾ ਪਰ ਬਿੱਲ ਪਿੱਛੋਂ ਬੋਕਸ ਹੁੰਦਾ ਹੈ ਬੋਕਸ ਨਹੀਂ ਹੁੰਦਾ ਮੀਨ ਪਿੱਛੋਂ ਟੈਕਸ ਨਹੀਂ ਜਮ੍ਹਾਂ ਕਰਾਉਂਦੇ ਅਸੀਂ ਉਹਨੂੰ ਸਮਝਾਉਂਦੇ ਭਾਈ ਸਾਡੇ ਕੋਲ ਤਾਂ ਬਿੱਲ ਆਇਆ ਹੈ ਮਾਲ ਆਇਆ ਹੈ ਸਭ ਕੁਝ ਸਾਡੇ ਕੋਲੇ ਹੈ ਉਹ ਕਹਿੰਦਾ ਜੀ ਇਹ ਬੰਦੇ ਦੀ ਫਰਮ ਬੰਦ ਹੋ ਗਈ ਤੇ ਉਹਦੀ ਫਰਮ ਦਾ ਲਾਇਸੈਂਸ ਕੈਂਸਲ ਹੋ ਗਿਆ ਇਹ GST ਸਾਰਾ ਤੁਸੀਂ ਦਿਓ ਮੈਂ ਕਿਹਾ ਅਸੀਂ ਕਿਉਂ ਦਈਏ 18% ਪਹਿਲਾਂ ਅਸੀਂ ਉਹਨੂੰ ਦੇ ਚੁੱਕੇ ਹੁਣ 18% ਤੁਹਾਨੂੰ ਦੇਈਏ ਅਸੀਂ ਸਾਡਾ ਧੱਕਾ ਹੋ ਰਿਹਾ ਵੀ ਇਹ ਸਾਡਾ ਮੁੱਦਾ ਜਿਹੜਾ ਹੱਲ ਕੀਤਾ ਜਾਵੇ ਨਹੀਂ ਤਾਂ ਸਾਡੀ ਫਰਨੈਸ ਇੰਡਸਟਰੀ ਨੂੰ ਇੰਨਾ ਕਿ ਨੁਕਸਾਨ ਹੋ ਜਾਣਾ ਜਿੰਨੀ ਸਾਡੀ ਫਰਨੈਸ ਦੀ ਕੀਮਤ ਨਹੀਂ ਹੈਗੀ ਉਦੋਂ ਬਾਅਦ ਥੋੜਾ ਟੈਕਸ ਬਣ ਜਾਣਾ ਸਾਨੂੰ ਸਕ੍ਰੈਪ ਵਿਦਆਊਟ GST ਆਏਗੀ ਉੱਥੇ RCM ਲਿਖਿਆ ਹੋਏਗਾ ਪਰ ਈ ਬਿਲ ਜ਼ਰੂਰੀ ਹੈ ਨਾਲ ਤਾਂ ਕਿ ਫਿਰ ਜਾ ਕੇ ਫਿਰ ਸਕ੍ਰੈਪ 2 ਨੰਬਰ ਵਿਕਣੀ ਸ਼ੁਰੂ ਹੋ ਜਾਏ ਉਹਦੀ ਈ ਬਿਲ ਨਾਲ ਆਵੇ ਅਸੀਂ ਉਹ ਸਕ੍ਰੈਪ ਲਵਾਂਗੇ ਅਸੀਂ ਉਹਦਾ ਬੰਦਾ ਟੈਕਸ ਸਰਕਾਰ ਨੂੰ ਡਾਇਰੈਕਟ ਜਮ੍ਹਾਂ ਕਰਾਵਾਂਗੇ ਸਰਕਾਰ ਦੀ ਚੋਰੀ ਬੰਦ ਹੋ ਗਈ ਸਾਡੇ ਤੇ ਬੋਝ ਖਤਮ ਹੋ ਗਿਆ ਇਹਦਾ ਥੋੜਾ ਜਿਹਾ ਸਾਈਡ ਇਫੈਕਟ ਇਹ ਆਏਗਾ ਵੀ ਜਿਹੜੇ ਜਿਨ੍ਹਾਂ ਦਾ GST ਜ਼ਿਆਦਾ ਨਹੀਂ ਬਣਦਾ ਉਹਨਾਂ ਨੂੰ GST ਸਰਕਾਰ ਨੂੰ ਰਿਫੰਡ ਦੇਣਾ ਪਊਗਾ ਅੱਜ ਦੀ ਰੇਟ ਸਰਕਾਰ ਦਾ ਕਰੋੜਾਂ ਰੁਪਏ ਜਿਹੜਾ ਹੈਗੇ ਆ ਜਿਹੜੇ GST ਦੇ ਚੋਰ ਬੈਠੇ ਹੈਗੇ ਜਿਹੜੇ ਕਿ GST ਦਾ ਕੰਮ ਖਾਲੀ ਬਿੱਲਾਂ ਦਾ ਹੀ ਕੰਮ ਕਰਦੇ ਹੈਗੇ ਉਹ ਕਮਾ ਰਹੇ ਸਰਕਾਰ ਨੂੰ ਕੋਈ ਰੈਵਨਿਊ ਨਹੀਂ ਆ ਰਿਹਾ ਉਹਦਾ ਅਸੀਂ ਇੰਡਸਟਰੀਸਟ ਹੈਗੇ ਸਾਡੇ ਕੋਲ ਕਰੋੜਾਂ ਫੈਕਟਰੀਆਂ ਲੱਗੀਆਂ ਹੋਈਆਂ ਸਾਡੇ 'ਤੇ ਵਿਸ਼ਵਾਸ ਕਰਨਾ ਚਾਹੀਦਾ ਉਹਨਾਂ ਨੂੰ ਵੀ ਅਸੀਂ ਤੁਹਾਨੂੰ GST ਪੂਰਾ ਪੇ ਕਰਾਂਗੇ ਜਿਹੜੇ ਬੰਦਿਆਂ ਕੋਲ ਕੁਰਸੀ ਵੀ ਆਪਣੀ ਨਹੀਂ ਹੈਗੀ ਉਸ ਬੰਦਿਆਂ ਨੂੰ GST ਨੰਬਰ ਦਿੱਤਾ ਹੈ ਤੁਸੀਂ ਉਹਦਾ ਈ ਬਿਲ ਆਉਂਦਾ ਸਾਨੂੰ ਤੁਸੀਂ ਉਹਦੇ 'ਤੇ ਵਿਸ਼ਵਾਸ ਕਰੀ ਜਾਂਦੇ ਹੋ ਸਾਨੂੰ RCM ਕਰਕੇ ਸਾਡਾ ਖੜਾ ਚੜਾਓ ਤਾਂ ਕਿ ਅਸੀਂ ਲੋਕ ਜਿਹੜੇ ਹੈਗੇ ਇੰਡਸਟਰੀ ਨੂੰ ਬਚਾ ਸਕੀਏ ਟੈਕਸ ਤਾਂ ਐਡਾ ਵੱਡਾ ਹੋ ਚੁੱਕਿਆ ਜਿਹੜੇ ਟ੍ਰੇਡਰਾਂ ਕੋਲੇ 5 ਰੁਪਏ ਨਹੀਂ ਹੁੰਦੇ ਸੀਗੇ ਅੱਜ ਉਹ ਮਰਸੀ ਗੱਡੀਆਂ ਲਈ ਫਿਰਦੇ ਇਹ ਸਾਰੇ ਜਿਹੜੇ ਅਫਸਰਸ ਵੀ ਨਾਲ ਹੈ ਉਹ ਸਭ ਰਲੇ ਹੋਏ ਹੈ ਇਹ ਸਿਰਫ ਸਾਡੀ ਇੰਡਸਟਰੀ ਨੂੰ ਬਰਬਾਦ ਕਰਨ ਤੇ ਲੱਗੇ ਹੋਏ ਆ ਸਾਡੀ जनहितैषी TRP नहीं खरीदते भरोसा जीतते हैं हम। नमस्कार सत श्री अकाल आदाब। बोगस बिलिंग जी हाँ बोगस बिलिंग अज दे टाइम दे विच एक बहुत ही वड्डा नासूर बन चुका है इंडस्ट्री दे लई खास करके लोहे दी इंडस्ट्री दे विच जिथे एक वॉल्यूम दे विच कारोबार हुंदा है उत्थे अज ये बोगस बिलिंग दा मुद्दा इन्ना गहरा हो चुका है कि ਜਿਹੜੇ ਐਕਚੁਅਲ ਮੈਨੂਫੈਕਚਰਰ ਹੈ ਉਹ ਪਿਸ ਰਹੇ ਹੈ ਸੋ ਇਸ ਸਾਰੇ ਮੁੱਦਿਆਂ ਤੇ ਹੁਣ ਨਾਰਥ ਇੰਡੀਆ ਇੰਡਕਸ਼ਨ ਫਰਨੈਸ ਨੇ ਇਸ ਜਿਹੜਾ ਇੱਕ ਨੈਕਸਸ ਹੈ ਬੋਗਸ ਬਿਲਿੰਗ ਦਾ ਉਹਨੂੰ ਠੱਲ ਪਾਉਣ ਲਈ ਵੱਖ-ਵੱਖ ਇੰਡਸਟਰੀ ਨੇ ਵੱਲੋਂ ਰਿਪਰੈਜ਼ੈਂਟੇਸ਼ਨਸ ਦੇਣ ਦੀ ਸ਼ੁਰੂਆਤ ਕਰ ਦਿੱਤੀ ਹੈ ਇਸ ਮਾਮਲੇ ਦੇ ਵਿੱਚ ਵੱਖ-ਵੱਖ ਅਫਸਰਾਂ ਨੂੰ ਮਿਲ ਕੇ ਉਹਨਾਂ ਨਾਲ ਡਿਸਕਸ ਕੀਤਾ ਜਾ ਰਿਹਾ ਤੇ ਇਹਦੇ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। नॉर्थ इंडिया इंडक्शन फर्नस के जोड़े प्रधान है के गर्ग जी अज पहुँचे उन्होंने को सो जानते हैं कि किद्दां दियां मीटिंगां हो रही हैं किद्दां दे रिस्पॉन्स मिल रहे हैं और की सुझाव दिते जा रहे क्योंकि मुद्दा समस्या बड़ी देर तो है पर की इहदा सुझाव की हैगा असी भी जानने की कोशिश करांगे। सर नमस्कार जी सर की मुद्दा है किया जा रहा है कि नॉर्थ इंडिया इंडक्शन फर्नस ਦੇ ਵਿੱਚ ਤੁਸੀਂ ਇੱਕ ਰਿਪਰੈਜ਼ੈਂਟੇਸ਼ਨ ਦੇ ਰਹੇ ਹੋ ਵੱਖ-ਵੱਖ ਅਫਸਰਾਂ ਨੂੰ ਮਿਲ ਕੇ ਸੋ ਕਿੱਦਾਂ ਦੇ ਜਿਹੜੀ ਰਿਪਰੈਜ਼ੈਂਟੇਸ਼ਨ ਦਿੱਤੀਆਂ ਜਾ ਰਹੀਆਂ ਸਰ ਇਸ ਤਰ੍ਹਾਂ ਜੋ GST ਆਇਆ ਹੈ ਜੀ GST ਸਾਡਾ ਪਹਿਲਾਂ ਮੁੱਦਾ ਸੀ GST ਬਹੁਤ ਵਧੀਆ ਚੀਜ਼ ਹੈਗੀ ਹੈ ਕਿਉਂਕਿ ਪਹਿਲਾਂ ਅਸੀਂ ਐਕਸਾਈਜ਼ ਕਲ ਤਰ੍ਹਾਂ ਧੱਕਾ ਹੋ ਰਿਹਾ ਸੀ ਡੀਮਗੇਟ ਦੀ ਗੱਲ ਕਰ ਰਹੇ ਸੀਗੇ ਜੀ ਹੁਣ ਕੀ ਹੈ GST ਆਉਣ ਤੋਂ ਬਾਅਦ ਅਸੀਂ ਕਿਹਾ ਸੁੱਖ ਦਾ ਸਾਹ ਲਿੱਤਾ ਸੀ ਪਰ ਉਹ GST ਜਿਹੜਾ ਸਾਡੇ ਲਈ ਨਸੂਰ ਬਣ ਗਿਆ ਕਿਉਂਕਿ ਇਸ ਵੇਲੇ GST ਜਿਹੜੀ ਸਕ੍ਰੈਪ ਆ ਰਹੀ ਹੈ ਉਹ ਤੇ 18% GST ਹੈ ਪਹਿਲਾਂ 3% ਜਾਂ 4% ਵੈਟ ਹੁੰਦਾ ਸੀ ਹੁਣ 18% ਦੀ ਚੋਰੀ ਬਹੁਤ ਸੌਖੀ ਹੈ ਜਿੰਨੇ ਟ੍ਰੇਡਰ ਬੈਠੇ ਹੈ ਜਿਹੜੀ ਸਕ੍ਰੈਪ ਸਾਨੂੰ ਸਪਲਾਈ ਕਰਦੇ ਹੈ ਦਿੱਲੀੋਂ ਸਕ੍ਰੈਪ ਆਉਂਦੀ ਹੈ ਜੈਪੁਰ ਤੋਂ ਆਉਂਦੀ ਹੈ ਰਾਜਸਥਾਨ ਤੋਂ ਆਉਂਦੀ ਹੈ ਜਿੰਨੀ ਸਕ੍ਰੈਪ ਆਉਂਦੀ ਹੈ ਉਹ ਸਾਰੀ ਬਿਲਿੰਗ ਆਉਂਦੀ ਹੈ ਈ ਬਿਲ ਕੱਟਿਆ ਹੁੰਦਾ ਪਰ ਬਿੱਲ ਪਿੱਛੋਂ ਬੋਕਸ ਹੁੰਦਾ ਹੈ ਬੋਕਸ ਨਹੀਂ ਹੁੰਦਾ ਮੀਨ ਪਿੱਛੋਂ ਟੈਕਸ ਨਹੀਂ ਜਮ੍ਹਾਂ ਕਰਾਉਂਦੇ ਸਾਡੇ ਕੋਲੇ ਸਕ੍ਰੈਪ ਆਇਆ ਜੈਪੁਰ ਤੋਂ ਸਾਡੇ ਕੋਲ ਪਹੁੰਚ ਗਿਆ ਗੱਡੀ ਆਈ ਡਰਾਈਵਰ ਆਇਆ ਮਾਲ ਆਇਆ ਸਭ ਕੁਝ ਫਿਜ਼ੀਕਲ ਆਇਆ ਅਸੀਂ ਫੋਟੋਆਂ ਖਿੱਚ ਲਈਆਂ ਸਭ ਕੁਝ ਕਰ ਲਿਆ ਉਹਦਾ ਉਸ ਤੋਂ ਬਾਅਦ ਉਹਨੂੰ ਪੇਮੈਂਟ ਕੀਤੀ ਥਰੂ RTS ਉਹਨੂੰ GST ਪੇ ਕਰਤਾ ਬਿੱਲ ਦੀ ਪੇਮੈਂਟ ਵੀ ਪੇ ਕਰਤੀ 6 ਮਹੀਨੇ ਸਾਲ ਮਗਰੋਂ ਜਦੋਂ ਇਨਕੁਆਇਰੀ ਆਉਂਦੀ ਹੈ GST ਵਾਲਿਆਂ ਦੀ ਉਹ ਕਹਿੰਦੇ ਜੀ ਇਹ ਬੰਦੇ ਦਾ ਜਿਹੜਾ ਹੈਗਾ GST ਪੇ ਨਹੀਂ ਹੋਇਆ ਜੀ ਅਸੀਂ ਉਹਨੂੰ ਸਮਝਾਉਂਦੇ ਭਾਈ ਸਾਡੇ ਕੋਲ ਤਾਂ ਬਿੱਲ ਆਇਆ ਹੋਇਆ ਮਾਲ ਆਇਆ ਹੋਇਆ ਸਭ ਕੁਝ ਸਾਡੇ ਕੋਲੇ ਹੈ ਉਹ ਕਹਿੰਦਾ ਜੀ ਇਹ ਬੰਦੇ ਦੀ ਫਰਮ ਬੰਦ ਹੋ ਗਈ ਤੇ ਉਹਦੀ ਫਰਮ ਦਾ ਲਾਇਸੈਂਸ ਕੈਂਸਲ ਹੋ ਗਿਆ ਇਹ GST ਸਾਰਾ ਤੁਸੀਂ ਦਿਓ ਮੈਂ ਕਿਹਾ ਅਸੀਂ ਕਿਉਂ ਦਈਏ 18% ਪਹਿਲਾਂ ਅਸੀਂ ਉਹਨੂੰ ਦੇ ਚੁੱਕੇ ਹੁਣ 18% ਤੁਹਾਨੂੰ ਦੇਈਏ ਅਸੀਂ ਸਾਡਾ ਧੱਕਾ ਹੋ ਰਿਹਾ ਅਸੀਂ ਫਿਰ ਜਾ ਕੇ ਕਮਿਸ਼ਨਰ ਨੂੰ ਮਿਲੇ
ਆਪਣਾ ਯਾਦਵ ਸਾਹਿਬ ਨੂੰ ਮਿਲੇ ਜਿਹੜੇ ਪੰਜਾਬ ਦੇ ਕਮਿਸ਼ਨਰ ਹੈਗੇ ਆ। ਜੀ। ਫਿਰ ਉੱਥੇ ਅਸੀਂ ਪੰਚਕੂਲੇ ਜਾ ਕੇ ਜਿਹੜੇ GST ਦੇ ਮੈਂਬਰ ਹੈਗੇ ਖੁਦ ਸੁਖਚੈਨ ਜੀ ਦੇ ਨਾਲ ਸ਼ਰਮਾ ਜੀ ਉਹਨਾਂ ਨੂੰ ਜਾ ਕੇ ਮਿਲੇ ਅਸੀਂ ਵੀ ਇਹ ਸਾਡਾ ਮੁੱਦਾ ਜਿਹੜਾ ਹੱਲ ਕੀਤਾ ਜਾਵੇ, ਨਹੀਂ ਤਾਂ ਸਾਡੀ ਫਰਨਸ ਇੰਡਸਟਰੀ ਨੂੰ ਇੰਨਾ ਕਿ ਨੁਕਸਾਨ ਹੋ ਜਾਣਾ, ਜਿੰਨੀ ਸਾਡੀ ਫਰਨਸ ਦੀ ਕੀਮਤ ਨਹੀਂ ਹੈਗੀ ਉਦੋਂ ਬਾਅਦ ਥੋੜਾ ਟੈਕਸ ਬਣ ਜਾਣਾ। ਅੱਛਾ ਜੀ। ਉਹ ਕਹਿੰਦੇ ਤੁਸੀਂ ਦੱਸੋ ਕੀ ਕਰ ਸਕਦੇ ਹਾਂ ਅਸੀਂ, ਮਤਲਬ ਸੋਲੂਸ਼ਨ ਕੀ ਦੇ ਸੋਲੂਸ਼ਨ ਕਹਿੰਦੇ ਦੱਸ ਲੈ ਕੇ ਆਓ ਸਾਡੇ ਕੋਲੋਂ। ਅਸੀਂ ਫਿਰ ਸੋਲੂਸ਼ਨ ਲੈ ਕੇ ਗਏ। ਅਸੀਂ ਕਿਹਾ ਸਰ ਸਾਨੂੰ ਸਕ੍ਰੈਪ ਆ ਗਈ, ਸਾਡਾ ਇਹ ਤੇ RCM ਕਰ ਦਿਓ। RCM ਮਤਲਬ ਰਿਵਰਸ ਚਾਰਜ, ਓਕੇ, ਵੀ ਟੈਕਸ ਜਿਹੜਾ ਹੈਗਾ ਉਹ ਅਸੀਂ ਪੇ ਕਰਾਂਗੇ। ਓਕੇ, ਸਾਡੇ ਕੋਲ ਸਕ੍ਰੈਪ ਆ ਗਈ, ਸਾਨੂੰ ਸਕ੍ਰੈਪ ਵਿਦਆਊਟ GST ਆਏਗੀ, ਉੱਥੇ RCM ਲਿਖਿਆ ਹੋਏਗਾ, ਪਰ ਈ-ਵੇ ਬਿਲ ਜ਼ਰੂਰੀ ਹੈ ਨਾਲ, ਤਾਂ ਕਿ ਫਿਰ ਜਾ ਕੇ ਤੱਕ ਫਿਰ ਸਕ੍ਰੈਪ 2 ਨੰਬਰ ਵਿਕਣੀ ਸ਼ੁਰੂ ਹੋ ਜੇ, ਉਹਦੀ ਈ-ਵੇ ਬਿਲ ਨਾਲ ਆਵੇ। ਅਸੀਂ ਉਹ ਸਕ੍ਰੈਪ ਲਵਾਂਗੇ, ਅਸੀਂ ਉਹਦਾ ਬੰਦਾ ਟੈਕਸ ਸਰਕਾਰ ਨੂੰ ਡਾਇਰੈਕਟ ਜਮ੍ਹਾਂ ਕਰਾਵਾਂਗੇ। ਓਕੇ, ਸਰਕਾਰ ਦੀ ਚੋਰੀ ਬੰਦ ਹੋ ਗਈ, ਸਾਡੇ ਤੇ ਬੋਝ ਖਤਮ ਹੋ ਗਿਆ ਜੀ। ਇਹਦਾ ਥੋੜਾ ਜਿਹਾ ਸਾਈਡ ਇਫੈਕਟ ਇਹ ਆਏਗਾ ਵੀ ਜਿਹੜੇ ਜਿਨ੍ਹਾਂ ਦਾ GST ਜ਼ਿਆਦਾ ਨਹੀਂ ਬਣਦਾ ਉਹਨਾਂ ਨੂੰ GST ਸਰਕਾਰ ਨੂੰ ਰਿਫੰਡ ਦੇਣਾ ਪਊਗਾ। ਉਹ ਰਿਫੰਡ ਦੇਣਾ ਸਰਕਾਰ ਨੂੰ ਕੋਈ ਔਖਾ ਨਹੀਂ ਹੈਗਾ, ਉਹਦੇ 'ਚ ਕੁਝ ਪਰਸੈਂਟ 5-10% ਇੰਡਸਟਰੀ ਆਏਗੀ ਜਿਹਨੂੰ ਰਿਫੰਡ ਦੇਣਾ ਪਏਗਾ। ਅੱਜ ਦੀ ਰੇਟ ਸਰਕਾਰ ਦਾ ਕਰੋੜਾਂ ਰੁਪਏ ਜਿਹੜਾ ਹੈਗੇ ਆ, ਜਿਹੜੇ GST ਦੇ ਚੋਰ ਬੈਠੇ ਹੈਗੇ, ਜਿਹੜੇ ਕਿ GST ਦਾ ਕੰਮ ਖਾਲੀ ਬਿੱਲਾਂ ਦਾ ਹੀ ਕੰਮ ਕਰਦੇ ਹੈਗੇ ਆ, ਉਹ ਕਮਾ ਰਹੇ ਆ। ਸਰਕਾਰ ਨੂੰ ਕੋਈ ਰੈਵਨਿਊ ਨਹੀਂ ਆ ਰਿਹਾ ਉਹਦਾ, ਔਰ ਸਾਡੇ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਸਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਕਾਰਨ ਕੀ ਹੈਗਾ? ਸਾਨੂੰ ਸਾਡੇ ਅੱਜ ਜੇ ਉਹ ਸਾਡਾ ਕੇਸ ਫਰੋਲ ਲੱਗ ਜਾਣਗੇ ਤਾਂ ਕਈਆਂ ਦੇ ਕਿੰਨੇ ਕਰੋੜਾਂ ਰੁਪਏ ਬਣ ਜਾਣੇ ਆ, ਤੇ ਉਹ ਬੰਦੇ ਫੈਕਟਰੀ ਦੇ ਕੇ ਨਹੀਂ ਦੇ ਸਕਦੇ। ਓਕੇ, ਹੁਣ ਅਸੀਂ ਇੰਡਸਟਰੀਸਟ ਹੈਗੇ, ਸਾਡੇ ਕੋਲ ਕਰੋੜਾਂ ਰੁਪਏ ਫੈਕਟਰੀਆਂ ਲੱਗੀਆਂ ਹੋਈਆਂ, ਸਾਡੇ ਤੇ ਵਿਸ਼ਵਾਸ ਕਰਨਾ ਚਾਹੀਦਾ ਉਹਨਾਂ ਨੂੰ ਵੀ ਅਸੀਂ ਤੁਹਾਨੂੰ GST ਪੂਰਾ ਪੇ ਕਰਾਂਗੇ। ਜਿਹੜੇ ਬੰਦਿਆਂ ਕੋਲ ਕੁਰਸੀ ਵੀ ਆਪਣੀ ਨਹੀਂ ਹੈਗੀ, ਉਸ ਬੰਦਿਆਂ ਨੂੰ GST ਨੰਬਰ ਦਿੱਤਾ ਹੈ ਤੁਸੀਂ, ਉਹਦਾ ਈ-ਵੇ ਬਿਲ ਆਉਂਦਾ ਸਾਨੂੰ, ਤੁਸੀਂ ਉਹਦੇ ਤੇ ਵਿਸ਼ਵਾਸ ਕਰੀ ਜਾਂਦੇ ਹੋ। ਸਾਨੂੰ RCM ਕਰਕੇ ਸਾਡਾ ਖੜਾ ਚੜਾਓ ਤਾਂ ਕਿ ਅਸੀਂ ਲੋਕ ਜਿਹੜੇ ਹੈਗੇ ਇੰਡਸਟਰੀ ਨੂੰ ਬਚਾ ਸਕੀਏ, ਇਹ ਇੰਡਸਟਰੀ ਸਾਡੀ ਪ੍ਰਫੁੱਲਤ ਹੋਵੇ। ਸਰਕਾਰ ਨੂੰ ਸਾਡੀ ਅਪੀਲ ਹੈਗੀ ਹੈ ਵੀ ਇਹ ਜਿਹੜੀ ਅਸੀਂ ਸੁਝਾਅ ਦਿੱਤਾ ਹੈਗਾ, ਇਹ ਅਸੀਂ ਆਲਰੇਡੀ ਪਹਿਲਾਂ ਸੁਝਾਅ ਸਰਕਾਰ ਨੂੰ ਦਿੱਤਾ ਸੀ, ਫਿਰ ਰਿਜੈਕਟ ਹੋ ਗਿਆ। ਉਹਨਾਂ ਨੇ ਕਮੇਟੀ ਬਣਾਈ ਹੈ ਇੱਕ, ਉਹ ਕਮੇਟੀ ਦੀ ਥਾਂ ਤੇ ਅਸੀਂ ਗਏ ਹਾਂ। ਪਹਿਲਾਂ ਅਸੀਂ ਪੰਜਾਬ ਦੇ ਕੋਲ ਗਏ ਹਾਂ ਚੰਡੀਗੜ੍ਹ, ਫਿਰ ਅਸੀਂ ਪੰਚਕੂਲੇ ਗਏ ਹੈਗੇ। ਹੁਣ ਸਾਡੀ ਦਿੱਲੀ ਵੀ ਮੀਟਿੰਗ ਹੋਣ ਜਾ ਰਹੀ ਹੈ ਤਾਂ ਕਿ ਅਗਲੀ GST ਦੀ ਮੀਟਿੰਗ 'ਚ ਕੇਸ ਕਲੀਅਰ ਹੋਣਾ ਚਾਹੀਦਾ ਵੀ ਸਾਡਾ ਜਿਹੜਾ GST ਹੈਗਾ ਸਾਡੇ ਕੋਲੋਂ ਲਿੱਤਾ ਜਾਵੇ GST, ਨਾ ਕਿ ਸਾਡੇ ਕੋਲ ਸਕ੍ਰੈਪ ਵੱਲੋਂ GST ਦਵਾਇਆ ਜਾਵੇ। ਸਰ, ਜਦੋਂ ਤੁਸੀਂ ਇਹ ਅਧਿਕਾਰੀਆਂ ਨੂੰ ਜਾ ਕੇ ਜਵਾਬ ਦਿੱਤਾ ਜਾਂ ਸੁਝਾਅ ਦਿੱਤਾ ਤਾਂ ਕੀ ਉਹ ਕਨਵਿੰਸ ਹੋਏ? ਉਹ ਸਰਕਾਰ ਨੂੰ ਇਹ ਕਹਿੰਦੇ ਸੀ ਸਾਨੂੰ GST ਦਾ ਰਿਫੰਡ ਦੇਣਾ ਪਊਗਾ। ਸੀਗਾ ਜੀ, ਰਿਫੰਡ ਤਾਂ ਹੁਣ ਵੀ ਲੋਕੀ ਲਈ ਜਾਂਦੇ ਆ ਜੀ। ਜੇ ਜਿਹੜਾ ਬੰਦੇ ਕੋਲ ਕੁਰਸੀ ਮੇਰੀ ਵੀ ਆਪਣੀ ਹੈਗੀ, ਉਹ ਪੈਸੇ ਮਨਾ ਮੂੰਹ ਹੀ ਪੈਸੇ ਖਾਈ ਜਾਂਦੇ ਆ। ਤੇ ਜੇ ਸਰਕਾਰ ਨੂੰ ਜਿਹਦੇ ਕੋਲ ਫੈਕਟਰੀ ਲੱਗੀ ਹੋਊਗੀ, ਇੰਡਸਟਰੀ ਲੱਗੀ ਹੋਊਗੀ ਜੀ, ਜਿਹਦਾ ਆਪਣਾ ਕਿੱਤਾ ਕਰਤਾ ਹੋਊਗਾ, ਉਹਨੂੰ ਰਿਫੰਡ ਦੇਵੋਗੇ ਤਾਂ ਤੁਸੀਂ ਸਭ ਕੁਝ ਦੇਖ ਕੇ ਦਿਓਗੇ ਰਿਫੰਡ। ਸੋ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਟਰੇਡਰ ਨੂੰ ਰਿਫੰਡ ਨਾ ਦੇ ਕੇ ਜੇ ਇੰਡਸਟਰੀ ਨੂੰ, ਇਕਾਈਆਂ ਨੂੰ ਜੇ ਰਿਫੰਡ ਦਿੱਤਾ ਵੀ ਜਾਂਦਾ ਹੈ ਤੇ ਉਹ ਟਰੇਸੇਬਲ ਹੈ। ਉਹ ਟਰੇਸੇਬਲ ਹੈ ਸਰ, ਕਿ ਜਿਹੜੇ ਬੰਦੇ ਨੇ ਇੰਡਸਟਰੀ ਲਾਈ ਹੈ, ਘੱਟੋ ਘੱਟ ਇੰਡਸਟਰੀ ਅੱਜ ਦੀ 5-10 ਕਰੋੜ ਦੀ ਹੁੰਦੀ ਹੈ। ਬਿਲਕੁਲ ਠੀਕ ਹੈ, ਬੰਦਾ ਜਾਊਗਾ, ਉਹਦੀ ਫੈਕਟਰੀ ਬੰਦਾ ਮਿਲੂਗਾ, ਰੁਜ਼ਗਾਰ ਦੇ ਰਿਹਾ। ਜਿਹੜਾ ਬੰਦਾ ਟਰੇਡਰ ਹੁੰਦਾ ਹੈ, ਉਹ ਦੁਕਾਨ ਕਿਰਾਏ ਤੇ ਲੈਂਦਾ, ਕੁਰਸੀ ਮੇਜੀ ਬਾਜ਼ਾਰੋਂ ਕਿਰਾਏ ਤੇ ਲਿਆਂਦਾ, ਉਹ ਬੰਦਾ ਫਰਮ ਖੋਲਦਾ, ਕਰੋੜਾਂ ਰੁਪਏ ਦੀ ਟ੍ਰਾਂਜੈਕਸ਼ਨ ਕਰ ਜਾਂਦਾ, ਉਸ ਤੋਂ ਬਾਅਦ ਫਰਮ ਬੰਦ ਕਰ ਦਿੰਦਾ, ਉਹ ਸਾਰਾ ਬੋਝ ਸਾਡੇ ਤੇ ਆ ਜਾਂਦਾ। ਨਾਲੇ ਜੇ ਜਿੱਦਾਂ ਮੈਂ ਤੁਹਾਡੀ ਗੱਲ ਤੋਂ ਸਮਝ ਰਿਹਾ, ਰਿਫੰਡ ਤਾਂ ਹੁਣ ਵੀ ਜਾ ਰਿਹਾ, ਹੁਣ ਰਿਫੰਡ ਜਾ ਰਿਹਾ ਕਿ ਟਰੇਡਰ ਨੂੰ, ਜਿਹੜਾ ਕਿ ਟਰੇਸੇਬਲ ਹੀ ਨਹੀਂ ਹੈ, ਕਦੀ ਵੀ ਆਪਣੀ ਸ਼ਿਫਟਿੰਗ ਕਰ ਲੈਂਦਾ, ਕਿਤੋਂ ਵੀ ਗਾਇਬ ਹੋ ਜਾਂਦਾ, ਤੇ ਉਦੋਂ ਰਿਫੰਡ ਜੇ ਜਾਏਗਾ ਵੀ, ਜੇ ਥੋੜੀ ਜਿਹੀ ਔਖੀ ਹੋਏਗੀ ਵੀ, ਤੇ ਉਹ ਮੈਨੂਫੈਕਚਰਿੰਗ ਸੈਕਟਰ ਨੂੰ ਜਾਏਗਾ, ਜਿਹੜੀ ਇੰਡਸਟਰੀ ਲੈ ਕੇ ਤਾਂ ਨਹੀਂ ਭੱਜੇਗਾ। ਬਿਲਕੁਲ ਗੱਲ ਤੁਹਾਡੀ ਠੀਕ ਹੈਗੀ ਹੈ। ਦੇਖੋ ਜਿਹੜਾ ਹੁਣ ਰਿਫੰਡ ਜਾਏਗਾ, ਜੇ ਇੰਡਸਟਰੀ ਲੱਗੀ ਹੋਈ ਹੈ, ਕਰੋੜਾਂ ਦੀ ਇੰਡਸਟਰੀ ਹੈ, ਤੁਸੀਂ ਵੈਰੀਫਿਕੇਸ਼ਨ ਕਰਨੀ ਹੈ, ਬੰਦਾ ਜਿੰਦਾ ਜਾਗਦਾ ਸਾਹਮਣੇ ਹੈਗਾ। ਜਿਹੜਾ ਟਰੇਡਰ ਹੈਗਾ, ਤੁਸੀਂ ਲੱਭਣ ਜਾਓਗੇ ਪਹਿਲਾਂ ਤੁਹਾਨੂੰ ਐਡਰੈਸ ਨਹੀਂ ਲੱਭਣਾ ਉਹਦਾ, ਫਿਰ ਬੰਦਾ ਲੈਣਾ, ਇਹਨਾਂ ਦਾ ਐਕਸਾਈਜ਼ ਲੈਣਾ ਜਾਂ GST ਦਾ ਵੀ ਇਹੀ ਸਾਨੂੰ ਜਵਾਬ ਹੁੰਦਾ ਹੈ, ਬਹੁਤ ਜੀ ਬੰਦਾ ਨਹੀਂ ਲੱਭਿਆ ਸਾਨੂੰ ਜੀ, ਇਹ ਟੈਕਸ ਤੁਹਾਡੇ ਤੋਂ ਲੈਣਾ ਸੀ। ਸਾਡੇ ਤੋਂ ਕਿਉਂ ਲੈਣਾ ਭਾਈ? ਵੀ ਉਹ ਬੰਦਾ ਟਰੇਸ, ਮੈਂ ਕਿਹਾ ਲਾਇਸੈਂਸ ਤੁਸੀਂ ਦਿੱਤਾ ਜੀ ਉਹਨਾਂ ਨੂੰ, ਅਸੀਂ ਥੋੜਾ ਸਾਡੇ ਕੋਲ ਈ-ਵੇ ਬਿਲ ਹੈਗਾ ਉਹਨਾਂ ਦਾ, ਅਸੀਂ ਈ-ਵੇ ਬਿਲ ਤੇ ਉਹਨੂੰ ਪੇਮੈਂਟ ਕੀਤੀ ਹੈਗੀ ਹੈ, ਉਹਦੇ ਬੈਂਕ 'ਚ ਪੇਮੈਂਟ ਗਈ ਹੈਗੀ ਹੈ। ਪਰ ਉਹ ਹੁਣ ਇਸ ਗੱਲ ਤੇ ਤਿਆਰ ਹੋਏ ਆ ਵੀ ਠੀਕ ਹੈ, ਤੁਹਾਡੀ ਜਿਹੜੀ ਗੱਲ RCM ਲਈ ਠੀਕ ਹੈਗੀ ਹੈ, ਅਸੀਂ ਸਰਕਾਰ ਨੂੰ ਅੱਗੇ ਪ੍ਰੈਜ਼ੈਂਟ ਕਰਾਂਗੇ GST ਕੌਂਸਲ ਦੀ ਮੀਟਿੰਗ 'ਚ, ਉਹ ਕੌਂਸਲ ਦੀ ਮੀਟਿੰਗ ਸਾਨੂੰ ਅਪਰੂਵ ਕਰੇਗੀ, ਫਿਰ ਅਸੀਂ ਇਹ RCM ਕਰਾਂਗੇ। ਮੈਂ ਇਹ ਪੁੱਛਣਾ ਚਾਹਾਂਗਾ ਗਰ ਸਾਹਿਬ, ਚਲੋ ਅਧਿਕਾਰੀਆਂ ਨੂੰ ਤਾਂ ਸਮਝਾਇਆ, ਇਹਦੇ ਵਿੱਚ ਰਾਜਨੇਤਾਵਾਂ ਦਾ ਵੀ ਬੜਾ ਰੋਲ ਹੁੰਦਾ ਹੈ। ਕੀ ਤੁਸੀਂ ਜਿਵੇਂ ਸ਼ਹਿਰ ਦੇ MP ਸਾਹਿਬਾਨ ਵਗੈਰਾ, ਕਿਉਂਕਿ ਉਹ ਵੀ ਜਾ ਕੇ ਉੱਥੇ ਰਿਕਮੈਂਡ ਕਰਨਗੇ ਤੇ ਤਾਂ ਹੀ ਇੱਕ ਕਾਨੂੰਨ ਬਣਦਾ ਹੈ, ਤੇ ਕੀ ਉਹ ਲੋਕਾਂ ਨੂੰ ਵੀ ਮਿਲ ਰਹੇ ਹੋ? ਅਸੀਂ ਸੋਮ ਪ੍ਰਕਾਸ਼ ਜੀ ਨਾਲ ਗੱਲ ਹੋਈ ਸੀਗੀ, ਉਹਨਾਂ ਨਾਲ ਜਤਿੰਦਰ ਮਿੱਤਲ ਜਿਹੜੇ ਹੈਗੇ ਆ, ਉਹ ਮੀਟਿੰਗ ਸਾਡੀ ਕਰਾਉਣ ਜਾ ਰਹੇ ਆ, ਉਹਨਾਂ ਨੂੰ ਵੀ ਅਸੀਂ ਗੱਲ ਸਮਝਾ ਰਹੇ ਹਾਂ। ਪਹਿਲਾਂ ਅਸੀਂ ਪਿਊਸ਼ ਗੋਇਲ ਜੀ ਕੋਲ ਜਾ ਕੇ ਆਏ ਸੀ, ਉਹਨਾਂ ਨੂੰ ਗੱਲ ਸਮਝਾਤੀ ਸੀਗੀ, ਉਦੋਂ ਗੱਲ ਮੰਨਣ ਨੂੰ ਸਾਡੀ ਤਿਆਰ ਨਹੀਂ ਸੀਗੇ। ਹੁਣ ਥੱਲੋਂ ਉਹਨਾਂ ਨੇ ਥੱਲੇ ਬੈਕ ਰੈਫਰ ਕਰਤਾ, ਥੱਲੇ ਅਫਸਰਾਂ ਕੋਲ ਸਾਰੀ ਫੀਡਬੈਕ ਲਿੱਤੀ ਹੈਗੀ ਹੈ। ਮੈਨੂੰ ਇਹ ਲੱਗਦਾ ਹੈਗਾ ਵੀ ਜਿਹੜੀ ਫੀਡਬੈਕ ਅਫਸਰਾਂ ਕੋਲ ਜਾ ਰਹੀ ਹੈ ਉਹ ਠੀਕ ਜਾ ਰਹੀ ਹੈਗੀ ਹੈ, ਤੇ ਜਿਹੜੇ ਨੇਤਾ ਹੈਗੇ ਆ ਉਹਨਾਂ ਨੂੰ ਇਹ ਗੱਲ ਸਮਝਣੀ ਪਊਗੀ ਵੀ ਇੰਡਸਟਰੀ ਨੂੰ ਕਿੱਦਾਂ ਬਚਾਇਆ ਜਾਵੇ, ਅਦਰਵਾਈਜ਼ ਇੰਡਸਟਰੀ ਬਰਬਾਦ ਹੋ ਜਾਏਗੀ। ਓਕੇ, ਸੋ ਜੇ ਹਜੇ ਗੱਲਬਾਤ ਕਰੀਏ, ਇਹ ਜਿਹੜਾ ਨੈਕਸਸ ਹੋ ਚੁੱਕਾ ਹੈਗਾ, ਇਹ ਕਿੰਨਾ ਕੁ ਵੱਡਾ ਨੈਕਸਸ ਹੋ ਚੁੱਕਾ ਹੈ, ਤੇ ਇਹਦੇ ਹੋਰ ਕੀ ਇਫ ਐਂਡ ਬਟਸ ਆ ਰਹੇ ਇੰਡਸਟਰੀ ਦੇ? ਸਰ, ਇਹ ਨੈਕਸਸ ਤਾਂ ਐਡਾ ਵੱਡਾ ਹੋ ਚੁੱਕਿਆ, ਜਿਹੜੇ ਟਰੇਡਰਾਂ ਕੋਲੇ 5 ਰੁਪਏ ਨਹੀਂ ਹੁੰਦੇ ਸੀਗੇ, ਅੱਜ ਉਹ ਮਰਸੀ ਗੱਡੀਆਂ ਲਈ ਫਿਰਦੇ ਆ। ਉਹ ਕੋਲ ਪੈਸਾ ਕਿੱਥੋਂ ਆਇਆ ਜੀ?
ਓਕੇ ਇੱਥੋਂ ਬਿੱਲ ਕੱਟਦੇ ਆ, ਆਰਟੀਐਸ ਕਰਾਉਂਦੇ ਆ, ਉੱਥੋਂ ਕੈਸ਼ ਕਰਾਉਂਦੇ, ਬੈਂਕ ਚੋਂ ਕੈਸ਼ ਕਿਵੇਂ ਨਿਕਲ ਜਾਂਦਾ? ਸਾਨੂੰ ਅੱਜ 2 ਲੱਖ ਤੋਂ ਉੱਪਰ ਅਸੀਂ ਕੈਸ਼ ਨਹੀਂ ਕਢਾ ਸਕਦੇ। ਇਹ ਸਾਰਾ ਨੈਕਸਸ ਇਕੱਠਾ ਹੋਇਆ ਹੈ। ਓਕੇ ਇਹ ਸਾਰੇ ਜਿਹੜੇ ਅਫਸਰਸ ਵੀ ਨਾਲ ਹੈ ਉਹ ਸਭ ਰਲੇ ਹੋਏ ਆ। ਇਹ ਸਿਰਫ ਸਾਡੀ ਇੰਡਸਟਰੀ ਨੂੰ ਬਰਬਾਦ ਕਰਨ ਤੇ ਲੱਗੇ ਹੋਏ ਆ। ਸਾਡੀ ਇਹ ਰਿਕੁਐਸਟ ਹੈ ਸਰਕਾਰ ਨੂੰ ਵੀ ਇਹ ਇੰਡਸਟਰੀ ਨੂੰ ਬਚਾਉਣ ਲਈ GST ਦਾ ਫਟਾਫਟ ਇਹ ਕੰਮ ਇੰਤਜ਼ਾਮ ਕੀਤਾ ਜਾਵੇ, ਇਹ ਰਿਵਰਸ ਚਾਰਜ ਕੀਤਾ ਜਾਵੇ। ਸਰ ਜਿੰਨੇ GST ਪੈਸੇ ਬਣਦੇ ਸਾਡੇ ਕੋਲ ਲਿੱਤੇ ਜਾਣ, ਨਾ ਕੋਈ ਕੈਸ਼ ਦਾ ਕੰਮ ਹੋਏਗਾ ਨਾ ਕੁਝ ਹੋਏਗਾ। ਅਸੀਂ ਬਿੱਲ ਮਾਲ ਲਿੱਤਾ, ਬਿੱਲ ਲਿੱਤਾ, GST ਸਰਕਾਰ ਨੂੰ ਪੇ ਕਰਤਾ। ਬਿਲਕੁਲ ਠੀਕ ਹੈ ਜੀ। ਸੋ ਅਗਲਾ ਸਟੈਪ ਕੀ ਹੋਏਗਾ ਹੁਣ? ਜਿਵੇਂ ਉਹਨਾਂ ਨੂੰ ਤੁਸੀਂ ਰਿਕਮੈਂਡੇਸ਼ਨ ਤੁਸੀਂ ਸਮਝਾਇਆ ਤੇ ਉਹਨਾਂ ਨੇ ਕੀ ਕਿਹਾ, ਕਦੋਂ ਤੱਕ ਇਹ ਮੀਟਿੰਗ ਸਾਡੀ ਜਿਹੜੀ ਹੈਗੀ ਹੈ ਉਹ ਦਿੱਲੀ ਹੋਣ ਜਾ ਰਹੀ ਹੈਗੀ ਹੈ। ਛੇਤੀ ਮੀਟਿੰਗ 2 ਦਿਨ ਚ ਆ ਜਾਏਗੀ ਸਾਡੇ ਕੋਲੇ। ਉਹ ਦਿੱਲੀ 'ਚ ਮੀਟਿੰਗ ਕਰਕੇ ਲਾਸਟ ਮੀਟਿੰਗ ਹੋਣੀ ਹੈ। ਉਸ ਤੋਂ ਬਾਅਦ ਇਹ GST ਕੌਂਸਲ 'ਚ ਕੇਸ ਲੱਗ ਜਾਣਾ ਸਾਡਾ। ਇਹ ਪਹਿਲਾਂ ਵੀ ਲੱਗਿਆ ਸੀ ਕੇਸ, ਉਦੋਂ ਰਿਜੈਕਟ ਹੋ ਗਿਆ ਸੀਗਾ। ਫਿਰ ਉਹਨੇ ਦੁਬਾਰਾ ਥੱਲੋਂ ਫੀਡਬੈਕ ਮੰਗੀ ਹੈ, ਹੁਣ ਫੀਡਬੈਕ ਪੋਜ਼ਿਟਿਵ ਗਈ ਹੈਗੀ ਹੈ। ਹੁਣ ਸਾਨੂੰ ਲੱਗਦਾ ਹੈਗਾ GST ਕੌਂਸਲ ਦੇ ਵਿੱਚ ਸਾਡਾ ਕੇਸ ਇਹ ਸਟਰੋਂਗ ਜਾ ਰਿਹਾ ਹੈਗਾ ਤੇ ਅਸੀਂ ਮੀਡੀਆ ਥਰੂ ਵੀ ਰਿਕੁਐਸਟ ਕਰਦੇ ਹਾਂ ਵੀ ਤੁਸੀਂ ਵੀ ਸਾਡੀ ਜਿਹੜੀ ਹੈਲਪ ਕਰੋ ਤਾਂ ਕਿ ਇਹ ਕੋਈ ਜੈਨੂਨ ਕੇਸ ਹੈਗਾ, ਕੋਈ ਅਨਜੈਨੂਨ ਗੱਲ ਅਸੀਂ ਨਹੀਂ ਕਰ ਰਹੇ। ਸਰਕਾਰ ਨੂੰ ਪੈਸਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਸਰਕਾਰ ਨੂੰ ਪੈਸਾ ਰੈਵਨਿਊ ਵਧੇਗਾ। ਸਰਕਾਰ ਦਾ ਰੈਵਨਿਊ 2 ਗੁਣਾ ਰੈਵਨਿਊ ਗਰੰਟੀ ਕਰਦੇ ਹਾਂ ਅਸੀਂ ਹੋ ਜਾਏਗਾ ਜੀ। ਗਰਗ ਸਾਹਿਬ, ਇੱਕ ਚੀਜ਼ ਸ਼ਾਇਦ ਤੁਹਾਨੂੰ ਮਾੜੀ ਲੱਗੇ ਸੁਣਨ 'ਚ, ਪਰ ਕਹਿੰਦੇ ਆ ਕਿ ਜਿਹੜੇ ਤੁਹਾਡੇ ਵਰਗੇ ਹੀ ਕਈ ਪ੍ਰਧਾਨ ਹੈਗੇ ਆ, ਪ੍ਰਧਾਨ ਰੌਲਾ ਪਾਉਂਦੇ ਆ, ਪਰ ਕਿਤੇ ਨਾ ਕਿਤੇ ਉਹ ਆਪ ਹੀ ਬੋਗਸ ਬਿਲਿੰਗ ਕਰ ਰਹੇ ਹੁੰਦੇ ਤੇ ਉਹ ਆਪ ਹੀ ਸਭ ਤੋਂ ਵੱਡਾ ਨੈਕਸਸ ਤਾਂ ਉਹ ਚਲਾ ਰਹੇ ਹੁੰਦੇ। ਇੱਧਰ ਪ੍ਰਧਾਨਗੀ ਕਰ ਰਹੇ ਹੁੰਦੇ, ਉੱਧਰ ਡਿਪਾਰਟਮੈਂਟ ਨਾਲ ਜਾ ਕੇ ਸੈਟਿੰਗ ਕਰਕੇ ਆਪ ਹੀ ਇਸ ਚੀਜ਼ ਨੂੰ ਵਧਾਵਾ ਦਿੰਦੇ। ਸਰ ਇਹ ਗੱਲਾਂ ਦੇਖੋ ਵਿੱਚ ਕੁਝ ਸਾਡੇ ਬਲੈਕ ਸ਼ੀਪਸ ਹਰੇ ਜਗ੍ਹਾ ਹੁੰਦੀਆਂ। ਇਹ ਨਹੀਂ ਹੈਗਾ ਬਲੈਕ ਸ਼ੀਪਸ ਨਹੀਂ ਹੁੰਦੀਆਂ, ਸਾਡੇ ਵਿੱਚ ਬਲੈਕ ਸ਼ੀਪਸ ਹੋ ਸਕਦੀਆਂ, ਟ੍ਰੇਡਾਂ 'ਚ ਵੀ ਹੋ ਸਕਦੀਆਂ। ਇਹ ਸਰਕਾਰ, ਅਸੀਂ ਤਾਂ ਸਰਕਾਰ ਨੂੰ ਰਿਕੁਐਸਟ ਕਰ ਰਹੇ ਹਾਂ ਵੀ ਇਹ ਬਲੈਕ ਸ਼ੀਪ ਦਾ ਕੰਮ ਧੰਦਾ ਹੀ ਬੰਦ ਕਰ ਦਿਓ। ਨਹੀਂ ਤੂੰ ਬਲੈਕ ਸ਼ੀਪਸ ਲੱਭਣ ਕਿੱਦਾਂ? ਸਰ ਬਲੈਕ ਸ਼ੀਪ ਦਾ ਸਰਕਾਰ ਦੇਖੋ, ਜਦੋਂ ਅਫਸਰ ਨਾਲ ਰਲ ਜਾਂਦੇ ਆ, ਬੰਦੇ ਨਾਲ ਰਲ ਜਾਂਦੇ ਆ, ਤਾਂ ਉਹ ਜਿਹੜੇ ਬੰਦੇ ਸਹੀ ਕੰਮ ਕਰਨ ਲੈ ਗਏ ਉਹਨਾਂ ਨੂੰ ਨੁਕਸਾਨ ਪਹੁੰਚਾਉਂਦੇ ਆ। ਜਿਹੜੇ ਅਸੀਂ ਲੋਕ ਜੈਨੂਨ ਕੰਮ ਕਰਦੇ ਆ ਸਾਨੂੰ ਨੁਕਸਾਨ ਹੁੰਦਾ ਹੈ। ਜਿਹੜੇ ਬੰਦੇ ਗਲਤ ਕੰਮ ਕਰਦੇ ਆ ਉਹ ਟੈਂਪਰੇਰੀ ਫਾਇਦਾ ਉਠਾਉਂਦੇ ਹੈਗੇ ਆ, ਉਹ ਆਪਣਾ ਕਮਾ ਕੇ ਬਾਹਰ ਨਿਕਲ ਜਾਂਦੇ, ਲੈਂਦੇ ਆ ਫੈਕਟਰੀਆਂ ਵੇਚਦੇ ਆ, ਬਾਹਰ ਚਲੇ ਜਾਂਦੇ ਆ। ਠੀਕ ਹੈ, ਜਿਹੜੇ ਬੰਦੇ ਅਸੀਂ 30 ਸਾਲ ਤੋਂ ਫੈਕਟਰੀਆਂ ਲਾਈ ਬੈਠੇ ਹੈਗੇ, ਅਸੀਂ ਜਾਂ ਨਾ ਤਾਂ ਫੈਕਟਰੀ ਛੱਡ ਸਕਦੇ ਹਾਂ, ਨਾ ਅਸੀਂ ਕਿਤੇ ਜਾ ਸਕਦੇ, ਨਾ ਅਸੀਂ ਗਲਤ ਕੰਮ ਕਰਨਾ, ਨਾ ਸਾਨੂੰ ਜ਼ਰੂਰਤ ਹੈ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਸਾਨੂੰ ਜੈਨੂਨ ਕੰਮ ਕੀਤਾ ਜਾਵੇ, ਸਾਡੇ ਤੇ GST ਦਾ ਬੋਝ ਹਟਾਇਆ ਜਾਵੇ। ਥੈਂਕ ਯੂ ਸਰ, ਥੈਂਕ ਯੂ। ਸੋ ਦੋਸਤੋ, ਇਹ ਸੀਗੇ ਸਾਡੇ ਨਾਲ ਨਾਰਥ ਇੰਡੀਆ ਇੰਡਕਸ਼ਨ ਫਰਨਸ ਦੇ ਪ੍ਰਧਾਨ, ਜਿਨ੍ਹਾਂ ਨੇ ਇੱਕ ਬੜਾ ਅੱਛਾ ਸੋਲੂਸ਼ਨ ਦਿੱਤਾ। ਸੋ ਲੰਬੇ ਸਮੇਂ ਬਾਅਦ, ਕਿਉਂਕਿ ਹਾਲਾਂਕਿ ਜਿਹੜੀ ਇਹ ਬੋਗਸ ਬਿਲਿੰਗ ਦੀ ਜਿਹੜੀ ਗੱਲਬਾਤ ਹੈ, ਇਹ ਪ੍ਰੋਬਲਮ ਹੈ, ਜ਼ਿਆਦਾ GST ਹੈ ਉਦੋਂ ਤੋਂ ਸੀਗੀ, ਪਰ ਇੱਕ ਬੜੇ ਲੰਬੇ ਸਮੇਂ ਬਾਅਦ ਇੱਕ ਸੋਲੂਸ਼ਨ ਆਇਆ ਹੈ ਜਿਹੜਾ ਕਿ, ਔਰ ਇਹਨਾਂ ਦੀ ਇੱਕ ਚੰਗੀ ਪਹਿਲ ਕਦਮੀ ਕਹਿ ਸਕਦੇ ਹਾਂ ਕਿ ਖੁਦ ਅਫਸਰ ਸਾਹਿਬਾਨਾਂ ਨੂੰ, ਬੋਰਡ ਦੇ ਮੈਂਬਰਾਂ ਨੂੰ ਜਾ ਕੇ ਇਹ ਸਮਝਾਇਆ ਜਾ ਰਿਹਾ ਹੈ। ਔਰ ਗੱਲਬਾਤ ਕਰੀਏ ਤਾਂ ਕੁਝ ਇਹਨਾਂ ਦੀ ਗੱਲਾਂ 'ਚ ਲੌਜਿਕ ਨਜ਼ਰ ਆਉਂਦਾ ਕਿ ਅਲਟੀਮੇਟਲੀ ਸਰਕਾਰ ਵੱਲੋਂ ਰਿਫੰਡ ਤਾਂ ਜਾ ਹੀ ਰਿਹਾ। ਸੋ ਜੇ ਉਹ ਰਿਫੰਡ ਮੈਨੂਫੈਕਚਰਰ ਨੂੰ ਜਾਏਗਾ ਇਨਸਟੈਡ ਆਫ ਟਰੇਡਰ, ਤੇ ਕਿਤੇ ਨਾ ਕਿਤੇ ਉਹ ਚੀਜ਼ ਟਰੇਸੇਬਲ ਹੋਏਗੀ ਔਰ ਸਰਕਾਰ ਦਾ ਵੀ ਸ਼ਾਇਦ ਬਹੁਤ ਸਾਰਾ ਟਾਈਮ ਬਚੇਗਾ, ਜਿਹੜਾ ਬੋਗਸ ਬਿਲਿੰਗ ਜਾਂ ਫਰਾਡ ਨੂੰ ਲੱਭਣ ਦੇ ਵਿੱਚ ਇੱਕ ਮਸ਼ੀਨਰੀ, ਸਰਕਾਰੀ ਮਸ਼ੀਨਰੀ ਦਾ ਇਸਤੇਮਾਲ ਹੁੰਦਾ ਹੈ, ਉਹ ਸਾਰੀਆਂ ਚੀਜ਼ਾਂ ਤੋਂ ਬਚਾਅ ਹੋ ਸਕੇਗਾ। ਫਿਰ ਤੁਹਾਡੇ ਨਾਲ ਰੂਬਰੂ ਹੋਵਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।